ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਆਪਾਂ ਗੁਰ ਕਿਰਪਾ ਦੁਆਰਾ ਸਾਰੇ ਰਲ ਕੇ ਕਰਦੇ ਹਾਂ। ਜਿੰਨੀ ਕੁ ਸੋਝੀ ਗੁਰ ਨੇ ਬਖਸ਼ੀ ਹੈ ਉਨੀ ਕੁ ਸਾਂਝ ਕਰਦੇ ਹਾਂ। ਸੋ ਕਿਰਪਾ ਰੱਖੇ ਪਰਮੇਸ਼ਰ, ਹੋਰ ਵੀ ਬੇਅੰਤ ਸੋਝੀ ਬਖਸ਼ੇ ਤਾਂ ਕਿ ਇਸ ਭਵ ਸਾਗਰ ਦੇ ਵਿੱਚੋਂ ਛੁਟਕਾਰਾ ਹੋ ਸਕੇ। ਅੱਜ ਦਾ ਜੋ ਬਚਨ ਹੈ ਸੱਚੇ ਪਾਤਸ਼ਾਹ ਦਾ, ਉਹ ਹੈ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਉ ਅਪਾਰ, ਆਖੈ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਸਾਚਾ ਸਾਹਿਬ ਕੌਣ ਹੈ? ਉਹ ਹੈ ਹਾਕਮ, ਨਿਰਾਕਾਰ, ਏਕੰਕਾਰ। ਤੇ ਸਾਚ ਨਾਏ ਹੈ ਉਸ ਦੀ ਇੱਛਾ, ਉਸ ਦਾ ਹੁਕਮ। ਸਾਹਿਬ ਸਦਾ ਹੀ ਸੱਚ ਹੈ, ਤੇ ਜਿਹੜਾ ਸੱਚ ਹੁੰਦਾ ਹੈ ਉਸ ਦੇ ਉੱਪਰ ਕਦੇ ਵੀ ਝੂਠ ਦਾ ਅਸਰ ਨਹੀਂ ਹੁੰਦਾ। ਤੇ ਸੱਚ ਕਦੇ ਵੀ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਾਹੀਂ, ਸੀਤਾ ਕਦੇ ਨਾ ਪਾਟੈ। ਭਾਵ ਕਿ ਜਿਹੜਾ ਸੱਚ ਹੈ ਉਹ ਸਦਾ ਹੀ ਇੱਕਸਾਰ ਰਹਿੰਦਾ ਹੈ। ਉਸ ਦੇ ਉੱਪਰ ਕਿਸੇ ਕਿਸਮ ਦਾ ਵੀ ਕੋਈ ਕਾਲ ਦਾ ਅਸਰ ਨਹੀਂ ਹੁੰਦਾ। ਔਰ ਉਸੇ ਤਰ੍ਹਾਂ ਹੀ ਉਹਦੇ ਜਿਹੜੇ ਗੁਣ ਨੇ ਉਹ ਵੀ ਸੱਚੇ ਹਨ। ਭਾਵ ਕਿ ਉਸ ਦੇ ਗੁਣ ਕਦੇ ਵੀ ਔਗਣਾਂ ਦੇ ਵਿੱਚ ਨਹੀਂ ਬਦਲਦੇ, ਕਿਉਂਕਿ ਉਸ ਦੇ ਵਿੱਚ ਬੇਅੰਤ ਗੁਣ ਹਨ। ਪਰ ਜਿੰਨੇ ਕੁ ਭਗਤਾਂ ਨੇ ਉਹਦੇ ਗੁਣਾਂ ਨੂੰ ਜਾਣਿਆ, ਬੁੱਝਿਆ, ਪਛਾਣਿਆ, ਉਹਨਾਂ ਨੇ ਗੁਰਬਾਣੀ ਦੇ ਅੰਦਰ ਉਹਨਾਂ ਗੁਣਾਂ ਦੀ ਵਿਆਖਿਆ ਕੀਤੀ ਹੈ, ਗੁਣਵਾਚਕ ਨਾਮਾਂ ਨੂੰ ਦਰਜ ਕੀਤਾ। ਜਿਵੇਂ ਦਇਆਵਾਨ, ਕਿਰਪਾਧਾਰੀ, ਬਖਸ਼ਿਸ਼ ਕਰਨ ਵਾਲਾ, ਰਹੀਮ, ਕਰੀਮ, ਦਿਆਲੂ ਇਤਿਆਦਿ ਬੇਅੰਤ ਸ਼ਬਦ ਗੁਰਬਾਣੀ ਚ ਆਉਂਦੇ ਨੇ। ਦਾਤਾ, ਉਹ ਸਦਾ ਹੀ ਇੱਕਸਾਰ ਰਹਿੰਦਾ ਹੈ, ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ। ਉਹ ਹੈ ਸੱਚਾ ਸਾਹਿਬ, ਸਾਚਾ ਸਾਹਿਬ। ਉਸ ਦੇ ਬਹੁਤ ਗੁਣ ਹਨ ਤੇ ਉਹਨਾਂ ਗੁਣਾਂ ਨੂੰ ਭਗਤਾਂ ਨੇ ਗੁਰਬਾਣੀ ਦੇ ਅੰਦਰ ਵਰਤਿਆ ਤੇ ਉਸੇ ਹੀ ਨਾਮ ਦੀ ਗੁਰਬਾਣੀ ਦੇ ਵਿੱਚ ਮਹਿਮਾ ਹੈ। ਗੁਰਬਾਣੀ ਉਸ ਦੇ ਹੁਕਮ ਨੂੰ ਹੀ ਨਾਮ ਮੰਨਦੀ ਹੈ। ਜਿਹੜੀ ਸਾਚ ਨਾਏ ਹੈ ਨਾ, ਇਹੀ ਉਹਦਾ ਹੁਕਮ ਹੈ। ਹੁਕਮ ਦੇ ਵਿੱਚ ਜਦੋਂ ਜੀਵ ਚੱਲਦਾ ਹੈ ਤਾਂ ਫਿਰ ਉਹਨੂੰ ਅਸਲੀ ਜਿਹੜਾ ਨਾਮ ਹੈ ਉਹਦੀ ਸੋਝੀ ਵੀ ਆ ਜਾਂਦੀ ਹੈ। ਪਰ ਜਿੰਨਾ ਚਿਰ ਹੁਕਮ 'ਚ ਨਹੀਂ ਚੱਲਦਾ ਉਨਾ ਚਿਰ ਉਹਨੂੰ ਅਸਲ ਵਿੱਚ ਹੁਕਮ ਦੀ ਸੋਝੀ ਹੀ ਨਹੀਂ ਆਉਂਦੀ। ਹੁਕਮ ਵਿੱਚ ਚੱਲ ਚੱਲ ਕੇ ਹੀ ਹੁਕਮ ਦੀ ਸੋਝੀ ਆਉਂਦੀ ਹੈ। ਭਾਣੇ ਵਿੱਚ ਰਹਿ ਕੇ ਹੀ ਭਾਣੇ ਬਾਰੇ ਪਤਾ ਲੱਗਦਾ ਹੈ। ਤੇ ਹੁਕਮ ਵਿੱਚ ਚੱਲਣ ਵਾਲੇ ਨੇ ਭਗਤ, ਗੁਰਸਿੱਖ। ਤੇ ਉਹਨਾਂ ਦਾ ਭੋਜਨ ਕੀ ਹੈ? ਭਾਖਿਆ ਕੀ ਹੈ? ਉਹ ਭਉ ਅਪਾਰ ਹੈ। ਉਹ ਜਾਣ ਜਾਣ ਕੇ ਉਸ ਪਰਮੇਸ਼ਰ ਨੂੰ, ਉਹਦੇ ਗੁਣਾਂ ਦਾ ਵਿਖਿਆਨ ਕਰਦੇ ਆ। ਜਿਵੇਂ ਗੁਰਬਾਣੀ 'ਚ ਬਚਨ ਕਰਦੇ ਆ ਪਾਤਸ਼ਾਹ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਅਨੰਤਾਂ ਹੀ ਭਗਤ ਨੇ ਜਿਹੜੇ ਉਸ ਦੀ ਸੋਭਾ ਕਰਦੇ ਆ, ਉਹਦੀ ਵਡਿਆਈ ਕਰਦੇ ਆ। ਸੋ ਗੁਰਬਾਣੀ ਦੇ ਅੰਦਰ ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ ਤਾਂ ਇਹਨਾਂ ਦੇ ਅਰਥ ਗੁਰਬਾਣੀ 'ਚੋਂ ਹੀ ਮਿਲ ਜਾਂਦੇ ਆ। ਜਿਵੇਂ ਪਾਤਸ਼ਾਹ ਕਹਿੰਦੇ, ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ। ਕਿ ਭਗਤਾਂ ਦੇ ਅੰਦਰ ਹਰ ਵੇਲੇ ਇੱਕੋ ਹੀ ਭੁੱਖ ਹੁੰਦੀ ਹੈ ਕਿ ਅਸੀਂ ਹੁਕਮ ਵਿੱਚ ਚੱਲੀਏ, ਕਿ ਉਹਦੇ ਨਾਮ ਦੇ ਨਾਲ ਅਸੀਂ ਜੁੜੇ ਰਹੀਏ, ਹੁਕਮ ਨਾਲ ਜੁੜੇ ਰਹੀਏ, ਭਾਣੇ ਵਿੱਚ ਚੱਲੀਏ, ਉਹਦੀ ਭੈ ਵਿੱਚ ਰਹੀਏ। ਕਿਉਂਕਿ ਹੁਕਮ ਸਭ ਤੋਂ ਵੱਡਾ ਹੈ। ਭਵਸਾਗਰ ਦੇ ਅੰਦਰ ਹੁਕਮ ਹੀ ਸਭ ਤੋਂ ਵੱਡਾ ਹੈ, ਕਿਉਂਕਿ ਹੁਕਮ ਦੇ ਵਿੱਚ ਹੀ ਸ੍ਰਿਸ਼ਟੀ ਚੱਲਦੀ ਹੈ। ਹਾਕਮ ਹੈ ਜਿਹੜਾ, ਉਹ ਮਾਇਆ ਚੋਂ ਪਰੇ ਹੈ, ਉਹ ਨਹੀਂ ਮਾਇਆ ਚਾਹੁੰਦਾ ਹੈਗਾ। ਮਾਇਆ ਵਿੱਚ ਉਹਦਾ ਹੁਕਮ ਚੱਲਦਾ ਹੈ। ਸੋ ਤੇਰਿਆਂ ਭਗਤਾਂ ਭੁੱਖ ਸਦ ਤੇਰੀ,
ਕਿ ਜਿਹੜੇ ਉਹਦੇ ਭਗਤ ਨੇ, ਜਿਹੜਾ ਸਾਡਾ ਮੂਲ ਹੈ, ਉਹਦੇ ਅੰਦਰ ਭੁੱਖ ਸਦਾ ਹੀ ਹੁਕਮ ਚ ਰਹਿਣ ਦੀ ਹੁੰਦੀ ਹੈ। ਬਸ ਜਿਹੜਾ ਭਗਤ ਹੈ ਉਹ ਜਦੋਂ ਹੁਕਮ ਨਾਲ ਪੂਰਾ ਜੁੜ ਜਾਂਦਾ ਹੈ ਤਾਂ ਭਵ ਸਾਗਰ ਚੋਂ ਸੁਖ ਸਾਗਰ ਚਲਾ ਜਾਂਦਾ ਹੈ। ਪਰ ਜਦੋਂ ਉਹਦਾ ਧਿਆਨ ਮਾਇਆ 'ਚ ਰਹਿੰਦਾ ਹੈ, ਫਿਰ ਉਹ ਭਵ ਸਾਗਰ ਨਾਲ ਜੁੜ ਜਾਂਦਾ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਸੁਣ ਸੁਣ ਤੁਝੈ ਧਿਆਏ ਦੇ ਤੇਰੇ ਭਗਤ ਰਤੇ ਗੁਣਤਾਸ ਜੀ। ਸੁਣ ਸੁਣ ਤੁਝੈ ਧਿਆਏ ਦੇ, ਜਿਵੇਂ ਜਿਵੇਂ ਵੀ ਉਹਨਾਂ ਨੂੰ ਹੁਕਮ ਸੁਣਦਾ ਹੈ, ਜਿੰਨਾ ਜਿੰਨਾ ਵੀ ਹੁਕਮ ਸੁਣਦਾ ਹੈ, ਉਹਦੇ ਵਿੱਚ ਉਹਦਾ ਧਿਆਨ ਰੱਖਦੇ। ਤੇਰੇ ਭਗਤ ਰੱਤੇ, ਉਹ ਰੱਤੇ ਪਏ ਨੇ, ਉਹ ਹਰ ਵੇਲੇ ਹੁਕਮ 'ਚ ਚੱਲ ਕੇ ਕੁਛ ਨੇ। ਗੁਣਤਾਸ ਜੀ, ਉਹਨਾਂ ਕੋ ਗੁਣਾਂ ਦਾ ਖਜ਼ਾਨਾ ਹੈ। ਸੋ ਜੋ ਨਾਮ ਉਹਨਾਂ ਨੂੰ ਹੁਕਮ ਵਿੱਚ ਚੱਲ ਕੇ ਪ੍ਰਾਪਤ ਹੁੰਦਾ ਹੈ, ਉਸ ਨੂੰ ਹੀ ਗੁਰਬਾਣੀ ਦੇ ਅੰਦਰ ਧੁਰ ਕੀ ਬਾਣੀ ਆਖਿਆ, ਉਸੇ ਨੂੰ ਹੀ ਸ਼ਬਦ ਗੁਰੂ ਆਖਿਆ, ਉਸੇ ਨੂੰ ਹੀ ਬਾਣੀ ਗੁਰੂ ਆਖਿਆ। ਉਹ ਬਿਨਾਂ ਕੰਨਾਂ ਤੋਂ ਸੁਣਦਾ ਹੈ। ਉਹ ਇਹਨਾਂ ਕੰਨਾਂ ਨਾਲ ਨਹੀਂ ਅਸੀਂ ਸੁਣ ਸਕਦੇ। ਇਹਨਾਂ ਕੰਨਾਂ ਨਾਲ ਸਾਨੂੰ ਸਿਰਫ ਗੁਰਬਾਣੀ ਸੁਣਦੀ ਹੈ, ਗੁਰਬਾਣੀ ਦਿਸਦੀ ਹੈ, ਗੁਰਬਾਣੀ ਨੂੰ ਸਾਡੀ ਬੁੱਧੀ ਸਮਝ ਸਕਦੀ ਹੈ, ਪਰ ਬਾਣੀ ਨੂੰ ਸਾਡੀ ਬੁੱਧੀ ਨਹੀਂ ਸਮਝ ਸਕਦੀ। ਉਹ ਤਾਂ ਸਰਬ ਵਿਆਪੀ ਹੈ, ਅਨਹਤ ਨਾਦ ਹੈ। ਉਹਨੂੰ ਉਸੇ ਵੇਲੇ ਹੀ ਪ੍ਰਾਪਤ ਕੀਤਾ ਜਾਂਦਾ ਜਦੋਂ ਇਸ ਗਿਆਨ ਇੰਦਰੀਆਂ ਨੂੰ ਜੀਵ ਛੱਡਦਾ ਹੈ। ਆਹ ਜਿਹੜੇ ਅੱਖਾਂ ਨੇ, ਅੱਖਾਂ ਦੇ ਵਿੱਚੋਂ ਅਸੀਂ ਜਦੋਂ ਬਾਹਰ ਦੇਖਦੇ ਹਾਂ ਤਾਂ ਅਸੀਂ ਮਾਇਆ ਦੇਖਦੇ ਹਾਂ। ਜਦੋਂ ਗੁਰਬਾਣੀ ਤੋਂ ਸੋਝੀ ਆਉਂਦੀ ਹੈ ਤਾਂ ਇਹਨਾਂ ਅੱਖਾਂ ਰਾਹੀਂ ਜਦੋਂ ਅਸੀਂ ਜੋਤ ਦੇਖਣ ਲੱਗ ਜਾਂਦੇ ਹਾਂ, ਸੋਝੀ ਆ ਜਾਂਦੀ ਹੈ, ਆਤਮਾ ਵੇਖਦੇ ਹਾਂ, ਫਿਰ ਉਹ ਨਾਮ ਸੁਣਦਾ ਹੈ। ਜਦੋਂ ਇਹਨਾਂ ਕੰਨਾਂ ਦੇ ਨਾਲ ਅਸੀਂ ਹੁਕਮ ਬਾਰੇ ਹੀ ਸਾਰਾ ਕੁਝ ਸੁਣਨਾ ਚਾਹੁੰਦੇ ਹਾਂ, ਫਿਰ ਉਹ ਹੁਕਮ ਵੀ ਸੁਣਦਾ ਹੈ। ਉਨਾ ਚਿਰ ਨਹੀਂ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਵੇ ਨਾ ਅਬਰ ਨਾ ਦੇਖੋ ਕੋਈ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੋ ਪਠਾਏ। ਸੋ ਸੱਚ ਸੁਣਨ ਵਾਸਤੇ ਅਸੀਂ ਆਏ ਹੋਏ ਹਾਂ। ਸਾਡੇ ਕੋਲ ਸੱਚ ਹੈ ਗੁਰਬਾਣੀ। ਜਦੋਂ ਅਸੀਂ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਾਂਗੇ, ਗੁਰਬਾਣੀ ਨੂੰ ਸੁਣਾਂਗੇ, ਫਿਰ ਸੁਣ ਕੇ ਉਹਨੂੰ ਅਸੀਂ ਆਪਣੇ ਮਨ 'ਚ ਵਸਾਵਾਂਗੇ। ਸਾਡੇ ਅੰਦਰ ਧਿਆਨ ਰਹੂਗਾ ਕਿ ਸਾਡਾ ਜਿਹੜਾ ਟਾਰਗੇਟ ਹੈ, ਸਾਡਾ ਜੋ ਨਿਸ਼ਾਨਾ ਹੈ, ਉਹ ਕੀ ਹੈ। ਫਿਰ ਉਹ ਨਾਮ ਹੈ ਜਿਹੜਾ ਉਹ ਸਾਨੂੰ ਮਿਲ ਜਾਣਾ ਹੈ। ਉਹ ਸਾਡੇ ਹਿਰਦੇ ਦੇ ਅੰਦਰ ਹੀ ਹੈ। ਭਗਤ ਜੀਵੈ ਗੁਣ ਗਾਏ ਅਪਾਰਾ, ਉਹ ਗੁਣਾਂ ਨੂੰ ਗਾਉਂਦਾ ਹੈ, ਉਹ ਹੁਕਮ 'ਚ ਰਹਿੰਦਾ ਹੈ। ਉਹ ਅਪਾਰ ਹੈ, ਉਹ ਬੇਅੰਤ ਹੈ, ਉਹ ਹੈ ਸਾਚਾ ਸਾਹਿਬ। ਸਾਚ ਨਾਏ ਭਾਖਿਆ ਪਉ ਅਪਾਰ, ਕਿ ਜਿਹੜਾ ਉਹਦੀ ਪੱਖ ਹੈ, ਉਹਦੀ ਜਿਹੜੀ ਬੋਲੀ ਹੈ, ਉਹ ਪ੍ਰੇਮ ਹੈ। ਪ੍ਰੇਮ ਕੀ ਹੈ? ਪ੍ਰੇਮ ਵੀ ਇੱਕ ਗਿਆਨ ਹੀ ਹੈ। ਪ੍ਰੇਮ ਪਦਾਰਥ ਵੀ ਗਿਆਨ ਹੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਨੇ ਪ੍ਰੇਮ ਕੀਤਾ, ਭਾਵ ਕਿ ਜਿਹਨੇ ਗਿਆਨ ਪ੍ਰਾਪਤ ਕਰ ਲਿਆ, ਉਹਨੇ ਹੀ ਆਪਣੇ ਪ੍ਰਭ ਨੂੰ ਪਾਇਆ। ਕਿਉਂਕਿ ਸਾਨੂੰ ਆਤਮਿਕ ਸੁਗਿਆਨ ਦੀ ਲੋੜ ਹੈ, ਭਾਵ ਕਿ ਆਪਣਾ ਆਪਾ ਜਾਣਨ ਦੀ ਲੋੜ ਹੈ। ਜਿਵੇਂ ਜਿਵੇਂ ਅਸੀਂ ਆਪਣੇ ਆਪੇ ਨੂੰ ਜਾਣਾਂਗੇ, ਪ੍ਰੇਮ ਦੀ ਭਾਸ਼ਾ ਕੀ ਹੁੰਦੀ ਹੈ? ਵੀ ਸਾਰਿਆਂ ਨੂੰ ਆਪਣੇ ਸਮਝਣਾ, ਕਿਸੇ ਦੇ ਔਗਣ ਨਹੀਂ ਦੇਖਣੇ, ਤੇ ਜੇ ਔਗਣ ਦੇਖੇ ਵੀ ਨੇ ਤਾਂ ਉਹਨਾਂ ਔਗਣਾਂ ਨੂੰ ਉਨਿਆਂ ਨੂੰ ਹੀ ਦੱਸਣਾ ਵੀ ਤੇਰੇ 'ਚ ਆਹ ਔਗਣ ਹੈ। ਜੇ ਤੂੰ ਇਸ ਔਗਣ ਨੂੰ ਛੱਡ ਕੇ ਆਹ ਗੁਣ ਧਾਰਨ ਕਰ ਲਵੇਂ ਤਾਂ ਤੂੰ ਕਿੰਨਾ ਚੰਗਾ ਇਨਸਾਨ ਬਣ ਸਕਦਾ ਹੈ। ਕਿਸੇ ਦੇ ਇਕੱਲੇ ਔਗਣ ਜਾਂ ਇਕੱਲੇ ਗੁਣ ਹੀ ਨਹੀਂ ਦੇਖੀ ਜਾਣੇ, ਵੀ ਉਹਦੀ ਉਈਓ ਵਡਿਆਈ ਕਰੀ ਜਾਣੀ। ਜਿੰਨਾ ਉਹਦੇ 'ਚ ਗੁਣ ਹੈ, ਉਨਾ ਹੀ ਗੁਣ ਦੱਸਣਾ। ਜਿੰਨਾ ਉਹਦੇ 'ਚ ਔਗਣ ਹੈ, ਉਨਾ ਔਗਣ ਵੀ ਦੱਸਣਾ। ਇਹ ਹੈ ਪ੍ਰੇਮ ਦੀ ਭਾਸ਼ਾ, ਇਹ ਹੈ ਪ੍ਰੇਮ ਦਾ ਸਰੂਪ, ਇਹ ਹੈ ਗਿਆਨ। ਜਿਵੇਂ ਡਾਕਟਰ ਹੈ, ਉਹ ਦੱਸਦਾ ਵੀ ਤੈਨੂੰ ਇੰਨੀ ਬਿਮਾਰੀ ਹੈ, ਆਹ ਤੇਰੇ ਹਿੱਸੇ ਦੇ ਵਿੱਚ ਤਕਲੀਫ ਹੈ, ਬਾਕੀ ਸਰੀਰ ਠੀਕ ਹੈ। ਪਰ ਜੇ ਉਹ ਮਾਇਆ ਦੇ ਹੱਥ ਵਿਕ ਜਾਵੇ, ਜੇ ਉਹ ਕਹੇ ਵੀ ਤੇਰਾ ਤਾਂ ਸਾਰਾ ਸਰੀਰ ਹੀ ਕੰਡਮ ਹੈ, ਆਪਰੇਸ਼ਨ ਕਰਨਾ ਪਊਗਾ, ਇੰਨੇ ਪੈਸੇ ਲੱਗਣਗੇ, ਤਾਂ ਉਹ ਲਾਲਚੀ ਹੈ। ਇਸੇ ਤਰ੍ਹਾਂ ਹੀ ਜਿਹੜੇ ਸਾਧੂ ਨੇ, ਸੰਤ ਨੇ, ਹਰਕੇ ਸੰਤ ਨੇ, ਹਰਕੇ ਸਾਧੂ ਨੇ, ਉਹ ਵੀ ਜੀਵ ਨੂੰ ਦੱਸਦੇ ਆ ਵੀ ਇੰਨਾ ਕੁ ਤੇਰੇ ਤੇ ਪ੍ਰਭਾਵ ਮਾਇਆ ਦਾ ਹੈ। ਆਹ ਕਾਰਨ ਹੈ ਕਿ ਤੂੰ ਮਾਇਆ ਦੇ ਵਿੱਚ ਲਿਪਤ ਹੈ।
ਆਹ ਕੰਮ ਤੂੰ ਕਰ ਲਵੇਂ ਤਾਂ ਤੂੰ ਮਾਇਆ ਚੋਂ ਅਲਿਪਤ ਹੋ ਸਕਦਾ ਹੈ। ਤੈਂ ਹੋਣਾ, ਹੋਰ ਕੋਈ ਨਹੀਂ ਹੁੰਦਾ। ਸੋ ਸਾਚਾ ਸਾਹਿਬ ਸਾਚ ਨਾਏ, ਉਹ ਸੱਚਾ ਸਾਹਿਬ ਹੈ, ਉਹਦਾ ਜਿਹੜਾ ਹੁਕਮ ਹੈ ਉਹ ਵੀ ਸੱਚਾ ਹੈ। ਭਾਖਿਆ ਪਾਉ ਪਾਰ, ਉਹਦੀ ਜਿਹੜੀ ਭਾਸ਼ਾ ਹੈ ਉਹ ਪ੍ਰੇਮ ਵਾਲੀ ਹੈ, ਉਹਦਾ ਜਿਹੜਾ ਸੁਗਿਆਨ ਹੈ, ਉਹਦਾ ਜਿਹੜਾ ਹੁਕਮ ਹੈ ਉਹ ਬੜਾ ਪ੍ਰੇਮ ਵਾਲਾ ਹੈ। ਹੁਕਮ ਕਦੇ ਵੀ ਸਖਤ ਨਹੀਂ ਵਰਤਦਾ। ਸਾਨੂੰ ਜ਼ਰੂਰ ਲੱਗ ਜਾਂਦਾ ਕਿ ਹੁਕਮ ਸਖਤ ਵਰਤਦਾ ਹੈ, ਹੁਕਮ ਤਾਂ ਪ੍ਰੇਮ ਹੈ। ਜੇ ਡਾਕਟਰ ਸਾਡਾ ਆਪਰੇਸ਼ਨ ਕਰਦਾ ਤਾਂ ਸਾਡੇ ਕਿਸੇ ਅੰਗ ਨੂੰ ਕੱਟਦਾ ਵਰਤਦਾ, ਉਹ ਸਾਡੇ ਸਰੀਰ ਨੂੰ ਸੁੱਖ ਦੇਣ ਵਾਸਤੇ ਹੀ ਕੱਢਦਾ, ਉਹਦਾ ਸਾਡੇ ਨਾਲ ਕੋਈ ਵੈਰ ਨਹੀਂ ਹੁੰਦਾ। ਇਸੇ ਤਰ੍ਹਾਂ ਜਦੋਂ ਹੁਕਮ ਸਾਡੇ ਲਈ ਵਰਤਦਾ, ਸਾਨੂੰ ਇੰਜ ਲੱਗਦਾ ਵੀ ਸਾਡੇ ਲਈ ਸਖਤੀ ਨਾਲ ਵਰਤਿਆ, ਉਹ ਸਖਤੀ ਨਾਲ ਨਹੀਂ ਵਰਤਦਾ, ਉਹ ਅਸਲ ਵਿੱਚ ਸਾਡੇ ਅੰਦਰੋਂ ਔਗਣ ਦੂਰ ਕਰਦਾ, ਸਾਨੂੰ ਭਾਣਾ ਮੰਨਣ ਬਾਰੇ ਪ੍ਰੇਰਿਤ ਕਰਦਾ, ਕਿਉਂਕਿ ਸਾਡਾ ਜਿਹੜਾ ਮਨ ਹੈ ਉਹ ਭਾਣੇ ਦਾ ਵਿਰੋਧ ਕਰਦਾ ਹੈ। ਸੋ ਇਹ ਜਿਹੜਾ ਹੁਕਮ ਹੈ ਇਹ ਹਿਰਦੇ ਦੇ ਅੰਦਰ ਹੀ ਹੈ, ਤੇ ਇਹਨੂੰ ਜਿਹੜਾ ਪ੍ਰਗਟ ਕਰ ਲੈਂਦਾ ਉਹ ਭਗਤ ਬਣ ਜਾਂਦਾ, ਤੇ ਭਗਤ ਨੂੰ ਫਿਰ ਸਾਰੀ ਸੋਝੀ ਆ ਜਾਂਦੀ ਹੈ। ਫਿਰ ਭਗਤ ਹੀ ਗਾਹਾਂ ਦੱਸਦਾ ਕਿ ਆਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ। ਕਿਉਂਕਿ ਕੁਛ ਇਸ ਗੁਰਬਾਣੀ ਦੇ ਅੰਦਰ ਜਿਹੜੀ ਜਪਦੀ ਹੈ, ਇਹਦੇ ਅੰਦਰ ਬਹੁਤ ਕੁਛ ਇਹੋ ਜਿਹਾ ਪਾਤਸ਼ਾਹ ਨੇ ਦੱਸਿਆ। ਜਪ ਦਾ ਅਰਥ ਹੀ ਜਾਣਨਾ ਹੁੰਦਾ, ਬੁੱਝਣਾ ਹੁੰਦਾ, ਸਮਝਣਾ ਹੁੰਦਾ। ਬਹੁਤ ਕੁਝ ਐਸਾ ਸਮਝਾਇਆ ਹੈ ਕਿ ਬਾਹਰ ਜਿਹੜੀਆਂ ਉਹਨਾਂ ਤੋਂ ਪਹਿਲਾਂ ਮੱਤਾਂ ਸੀਗੀਆਂ, ਉਹਨਾਂ ਦੇ ਵਿੱਚ ਕੀ ਪ੍ਰਚਲਿਤ ਸੀ। ਕਈ ਮੱਤਾਂ ਨੂੰ ਖੰਡਨ ਵੀ ਕੀਤਾ ਗਿਆ, ਜਿਹੜੀਆਂ ਮੱਤਾਂ ਸੰਸਾਰ ਨਾਲ ਜੋੜਦੀਆਂ ਸੀ, ਕਹਾਉਂਦੀਆਂ ਸੀ ਕਿ ਅਸੀਂ ਰੱਬ ਨਾਲ ਜੋੜਦੇ ਸੰਸਾਰ ਨਾਲ ਸੀ। ਉਹਨਾਂ ਦਾ ਵੀ ਖੰਡਨ ਕੀਤਾ ਕਿ ਤੁਸੀਂ ਗਲਤ ਕਰਦੇ ਹੋ। ਨਾਲ ਦੀ ਨਾਲ ਫਿਰ ਜੋ ਨਿਰਾਕਾਰੀ ਮੱਤ ਹੈ ਉਹ ਵੀ ਦੱਸੀ ਹੈ ਕਿ ਸੱਚਖੰਡ ਅੰਦਰ ਕੀ ਵਰਤਾਰਾ ਵਰਤ ਰਿਹਾ, ਤੁਸੀਂ ਸੱਚਖੰਡ ਦੇ ਵਾਸੀ ਹੋ, ਤੁਹਾਡਾ ਵਰਤਾਰਾ ਉੱਥੇ ਜਾ ਕੇ ਕੀ ਹੋਣਾ ਚਾਹੀਦਾ ਹੈ। ਤਾਂ ਪਾਤਸ਼ਾਹ ਨੇ ਦੱਸਿਆ ਆਖੈ ਮੰਗੈ ਹੈ ਦੇਹੇ ਦੇਹ ਦਾਤ ਕਰੇ ਦਾਤਾਰ। ਹੁਕਮ ਵਿੱਚ ਚੱਲਣ ਵਾਲੇ ਭਗਤ ਦੇਖ ਦੇਖ ਕੇ ਆਖ ਰਹੇ ਨੇ, ਕਿਉਂਕਿ ਉਹਨਾਂ ਨੂੰ ਤਾਂ ਸਾਰਾ ਸੱਚਖੰਡ ਦਿਸ ਰਿਹਾ, ਹੁਕਮ ਦਿਸ ਰਿਹਾ ਕਿ ਉਹ ਸਭਨਾਂ ਦਾ ਇੱਕੋ ਹੀ ਤਾਂ ਦਾਤਾ ਹੈ, ਹੋਰ ਤਾਂ ਕੋਈ ਦਾਤਾ ਹੈ ਨਹੀਂਗਾ। ਜਿਵੇਂ ਪਾਤਸ਼ਾਹ ਨੇ ਗੁਰਬਾਣੀ 'ਚ ਵੀ ਆਖਿਆ ਵੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਪਰ ਹੁਣ ਗੁਰਬਾਣੀ ਦੀ ਇਹ ਪੰਗਤੀ ਤਾਂ ਹੈ, ਅਸੀਂ ਵੀ ਰੋਜ਼ ਪੜ੍ਹਦੇ ਹਾਂ ਵੀ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਪਰ ਅਸੀਂ ਫੇਰ ਵੀ ਜਾ ਕੇ ਕਿਸੇ ਵਿਅਕਤੀ ਤੋਂ ਮੰਗਦੇ। ਫਿਰ ਅਸੀਂ ਇੱਕ ਗੱਲ ਇਹ ਵੀ ਮੈਂ ਸੁਣੀ ਵੀ ਹੈ ਕਿ ਜਿਹੜਾ ਰੱਬ ਹੈ ਉਹ ਵੀ ਤਾਂ ਕਿਸੇ ਦੇ ਰਾਹੀਂ ਵਰਤਦਾ ਹੈ। ਫਿਰ ਇਹਦਾ ਮਤਲਬ ਰੱਬ ਨੂੰ ਵਰਤਣ ਦੇ ਲਈ ਕਿਸੇ ਦੀ ਲੋੜ ਪੈਂਦੀ ਹੈ, ਫਿਰ ਰੱਬ ਦੇ ਹੱਥ ਤਾਂ ਕੁਛ ਨਹੀਂ ਹੈ। ਜਦ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਰੱਬ ਦੇ ਅਨੁਸਾਰ ਹੀ ਵਰਤਦੇ ਹਾਂ, ਵਰਤਦਾ ਰੱਬ ਹੀ ਹੈ, ਪਰਮੇਸ਼ਰ ਹੀ ਵਰਤਦਾ ਸਾਰੇ ਪਾਸੇ, ਸਾਡੇ ਥਰੂ ਨਹੀਂ ਵਰਤ ਰਿਹਾ, ਉਹੀ ਵਰਤ ਰਿਹਾ। ਖੇਡ ਹੀ ਸਾਰੀ ਪਰਮੇਸ਼ਰ ਦੀ ਹੈ, ਸਾਡੇ ਤਾਂ ਹੱਥ 'ਚ ਕੁਛ ਨਹੀਂ। ਇਸੇ ਕਰਕੇ ਤਾਂ ਸੁਖਨੀ ਦੇ ਵਿੱਚ ਪਾਤਸ਼ਾਹ ਨੇ ਜੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ, ਵੀ ਮੈਂ ਵੀ ਕੁਛ ਕਰ ਸਕਦਾ, ਮੇਰੇ ਥਰੂ ਰੱਬ ਬੋਲਦਾ। ਰੱਬ ਨਹੀਂ ਤੇਰੇ ਥਰੂ ਬੋਲਦਾ, ਇਹ ਤਾਂ ਤੇਰੀ ਹਉਮੈ ਬੋਲਦੀ ਹੈ। ਜਿਹਦੇ ਥਰੂ ਪਰਮੇਸ਼ਰ ਬੋਲਦਾ, ਗੁਰਬਾਣੀ 'ਚ ਵੀ ਜਿਵੇਂ ਬਚਨ ਆਉਂਦਾ ਹਉ ਬੁਲਾਇਆ ਬੋਲੇ ਖਸਮ ਦਾ, ਉਹ ਕਹਿੰਦੇ ਆ ਵੀ ਅਸੀਂ ਤਾਂ ਭਾਈ ਖਸਮ ਦੇ ਬੁਲਾਇਆ ਬੋਲਦੇ ਹਾਂ। ਜਿਵੇਂ ਸਾਨੂੰ ਖਸਮ ਕਹਿ ਰਿਹਾ ਬੋਲ ਦੋ, ਬੋਲਦਾ, ਉਹ ਕਿਸੇ ਤੋਂ ਵੀ ਬੁਲਾ ਸਕਦਾ, ਉਹ ਪਰਮੇਸ਼ਰ ਦੀ ਆਪਣੀ ਮਰਜ਼ੀ ਹੈ। ਜੇ ਉਹ ਕਿਸੇ ਰਾਜੇ ਦੇ ਹਿਰਦੇ 'ਚ ਸ਼ਬਦ ਗੁਰੂ ਪ੍ਰਗਟ ਕਰ ਸਕਦਾ ਤੇ ਕਿਸੇ ਗਰੀਬ ਦੇ ਹਿਰਦੇ 'ਚ ਵੀ ਪ੍ਰਗਟ ਕਰ ਸਕਦਾ, ਇਹ ਉਹਦੀ ਆਪਣੀ ਮਰਜ਼ੀ ਹੈ। ਮਤਾ ਕੋਈ ਮਾਣ ਕਰੇ, ਇਸ ਮਾਣ ਨੂੰ ਵੀ ਤੋੜਿਆ। ਤਾਂ ਪਾਤਸ਼ਾਹ ਨੇ ਇੱਥੇ ਲਿਖਿਆ ਸੀ ਕਿ ਸਭਨਾਂ ਦਾ ਇੱਕੋ ਹੀ ਦਾਤਾ ਹੈ, ਦਾਤਾ ਕੋਈ ਹੋਰ ਨਹੀਂ ਹੈ। ਪਰ ਹੁਣ ਇੱਥੇ ਤਾਂ ਸੰਸਾਰ 'ਚ ਤਾਂ ਬਹੁਤ ਦਾਤੇ ਹੈ, ਹਰ ਕੋਈ ਇੱਕ ਚੀਜ਼ ਦੇ ਕੇ ਕਹਿੰਦਾ ਵੀ ਮੈਂ ਦਾਨ ਕੀਤਾ, ਆ ਮੇਰੇ ਵੱਲੋਂ ਇੰਨਾ ਦਾਨ, ਆ ਥੋੜ੍ਹਾ ਜਿਹਾ ਮੇਰਾ ਹਿੱਸਾ ਪਾ ਲਿਓ। ਫਿਰ ਇੱਕ ਨਵੀਂ ਗੱਲ ਚੱਲਦੀ ਹੈ ਜੀ ਗੁਪਤ ਦਾਨ, ਤੇ ਗੁਪਤ ਕੀ ਤੋਂ ਕੀਤਾ? ਨਾਲ ਤਾਂ ਕਹਿੰਦੇ ਪਰਮੇਸ਼ਰ ਸਾਰਾ ਕੁਝ ਦੇਖਦਾ, ਫਿਰ ਗੁਪਤ ਕੀ ਤੋਂ ਕੀਤਾ? ਪਤਾ ਨਹੀਂ ਕਿੱਥੋਂ ਕਿੱਥੋਂ ਸ਼ਬਦ ਅਸੀਂ ਵਰਤ ਲਏ, ਸਾਡੇ ਸਿੱਖ ਮੱਤ ਵਾਲੇ ਵੀ ਵਰਤੀ ਜਾਂਦੇ ਆ, ਜਦ ਕਿ ਗੁਰਬਾਣੀ 'ਚ ਕਿਤੇ ਕੋਈ ਐਸੇ ਵਚਨ ਆਏ ਹੀ ਨਹੀਂ ਕਿ ਗੁਪਤ ਦਾਨ ਵੀ ਕੋਈ ਹੁੰਦਾ।
ਔਰ ਦਾਨ ਇਸ ਧਰਤੀ ਦੇ ਉੱਪਰ ਮਨੁੱਖਾ ਤਨ ਦੇ ਅੰਦਰ ਕੋਈ ਵੀ ਵਿਅਕਤੀ ਦਾਨ ਨਹੀਂ ਕਰ ਸਕਦਾ, ਕਿਉਂਕਿ ਦਾਤਾ ਤਾਂ ਹੈ ਨਹੀਂ, ਦਾਤਾ ਦਾ ਪਰਮੇਸ਼ਰ ਹੈ। ਇੱਕ ਭਿਖਾਰੀ ਕਿਸੇ ਦੂਜੇ ਨੂੰ ਚੀਜ਼ ਦੇ ਕੇ ਕਹੇ ਵੀ ਮੈਂ ਦਾਤਾ ਤੂੰ ਭਿਖਾਰੀ ਹੈ, ਕੀ ਗੱਲ ਸ਼ੋਭਾ ਦਿੰਦੀ ਹੈ? ਦਾਤਾ ਇੱਕੋ ਹੀ ਹੈ, ਬਾਕੀ ਸਾਰੇ ਭਿਖਾਰੀ ਨੇ। ਪਰ ਅਸੀਂ ਮੰਨਦੇ ਨਹੀਂ ਹਾਂ, ਕਿਉਂਕਿ ਸਾਡੇ ਅੰਦਰ ਹਉਮੈ ਹੈ, ਸਾਡੇ ਅੰਦਰ ਭਰਮ ਹੈ। ਸੋ ਫਿਰ ਅਸੀਂ ਸੰਸਾਰ ਦੇ ਅੰਦਰ ਦੇਖਦੇ ਹਾਂ ਬਥੇਰੇ ਇੱਥੇ ਪਖੰਡੀ ਨੇ, ਜਿਹੜੇ ਚਾਹੇ ਉਹ ਸੰਤ ਨੇ, ਚਾਹੇ ਉਹ ਬਾਬੇ ਨੇ, ਚਾਹੇ ਕੋਈ ਪੰਡਤ ਨੇ, ਚਾਹੇ ਕੋਈ ਜੋਤਸ਼ੀ ਨੇ, ਉਹਨਾਂ ਕੋਲ ਵੀ ਅਸੀਂ ਜਾਂਦੇ ਹਾਂ। ਔਰ ਮਨੁੱਖ ਦੀ ਤਾਂ ਮਾਨਸਿਕਤਾ ਇੱਥੋਂ ਤੱਕ ਡਿੱਗ ਚੁੱਕੀ ਹੈ ਕਿ ਇਹ ਜਾ ਕੇ ਦਰਖਤਾਂ ਦੀ ਪੂਜਾ ਕਰਦਾ, ਪੱਥਰ ਦੀ ਪੂਜਾ ਕਰਦਾ, ਕਿਸੇ ਵਿਅਕਤੀ ਨੂੰ ਰੱਬ ਡਿਕਲੇਅਰ ਕਰੀ ਬੈਠਾ। ਉਹ ਇਹ ਨਹੀਂ ਦੇਖਦਾ ਵੀ ਜਿਹੜੇ ਵਿਅਕਤੀ ਨੂੰ ਤੂੰ ਰੱਬ ਮੰਨਦਾ ਤੇ ਤੂੰ ਵੀ ਤਾਂ ਵਿਅਕਤੀ ਹੈ, ਫਿਰ ਤੂੰ ਨਹੀਂ ਬਣ ਸਕਦਾ ਰੱਬ। ਜੇ ਤੂੰ ਉਹਨੂੰ ਮੰਨਦਾ ਤਾਂ ਤੂੰ ਵੀ ਤਾਂ ਕੁਝ ਬਣ ਸਕਦਾ ਹੈ। ਪਰ ਉਹ ਆਪਣੇ ਅੰਦਰ ਨਹੀਂ ਝਾਤੀ ਮਾਰਦਾ, ਉਹ ਕਹਿੰਦਾ ਨਹੀਂ ਮੈਂ ਨਹੀਂ ਕਰ ਸਕਦਾ, ਇਹੀ ਕਰ ਸਕਦੇ। ਫਿਰ ਤੂੰ ਕਿੱਥੇ ਜਾਏਗਾ? ਇੱਕ ਦਿਨ ਸਰੀਰ ਤੈਂ ਵੀ ਛੱਡਣਾ, ਸਰੀਰ ਉਹਨੇ ਵੀ ਛੱਡਣਾ। ਇਸੇ ਕਰਕੇ ਹੀ ਗੁਰਬਾਣੀ ਨੇ ਕਿਹਾ ਸੀ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਕਿ ਤੁਸੀਂ ਰਾਮ ਨੂੰ ਭਗਵਾਨ ਮੰਨਦੇ ਹੋ, ਉੱਥੇ ਤਾਂ ਫਿਰ ਭਗਵਾਨ ਵੀ ਚਲੇ ਗਿਆ। ਰਾਵਣ ਨੂੰ ਤੁਸੀਂ ਹੰਕਾਰੀ ਮੰਨਦੇ ਹੋ, ਹੰਕਾਰੀ ਵੀ ਚਲੇ ਗਿਆ ਤੇ ਭਗਵਾਨ ਵੀ ਚਲੇ ਗਿਆ, ਫਿਰ ਰਿਹਾ ਕੀ ਪਿੱਛੇ? ਫਿਰ ਉਹਦਾ ਵੀ ਪਰਿਵਾਰ ਗਿਆ, ਉਹਦਾ ਵੀ ਪਰਿਵਾਰ ਗਿਆ, ਫਰਕ ਤਾਂ ਕੋਈ ਨਾ ਰਿਹਾ। ਜਦ ਕਿ ਫਰਕ ਰਹਿਣਾ ਚਾਹੀਦਾ ਸੀਗਾ। ਹੰਕਾਰੀ ਜਾਂਦਾ, ਰਾਵਣ ਰਹਿ ਜਾਂਦਾ, ਰਾਮ ਰਹਿ ਜਾਂਦਾ, ਰਾਵਣ ਚਲਾ ਜਾਂਦਾ। ਇਹ ਤਾਂ ਗੱਲ ਮੰਨੀ ਜਾਂਦੀ ਸੀ। ਗੁਰਬਾਣੀ ਵੀ ਇਹੀ ਕਹਿੰਦੀ ਹੈ ਕਿ ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਸੱਚ ਰਹਿਣਾ ਹੀ ਰਹਿਣਾ ਹੈ, ਸੱਚ ਨਹੀਂ ਕਦੇ ਵੀ ਕਿਤੇ ਖਤਮ ਹੋ ਸਕਦਾ। ਉਹ ਕਟਾਸ਼ ਕੀਤੇ ਆ ਉਹਨਾਂ ਦੀਆਂ ਮਾਨਤਾਵਾਂ ਤੇ ਵੀ ਤੁਸੀਂ ਗਲਤ ਵਿਚਾਰ ਕਰਦੇ ਹੋ, ਇਸ ਤਰ੍ਹਾਂ ਨਾ ਕਰੋ। ਰਹਿਣ ਵਾਲੀ ਚੀਜ਼ ਹੈ ਹਾਕਮ ਪਰਮੇਸ਼ਰ। ਹੁਕਮ ਵੀ ਨਹੀਂ ਸਦਾ ਰਹਿੰਦਾ, ਹੁਕਮ ਵੀ ਉਨਾ ਚਿਰ ਹੀ ਚੱਲਦਾ ਜਿੰਨਾ ਚਿਰ ਆ ਸ੍ਰਿਸ਼ਟੀ ਹੈ। ਜਦੋਂ ਆ ਸ੍ਰਿਸ਼ਟੀ ਖਤਮ ਹੋ ਜਾਣੀ, ਹੁਕਮ ਨੇ ਵੀ ਖਤਮ ਹੋ ਜਾਣਾ। ਸੋ ਇਨਸਾਨ ਹੈ, ਹੇ ਮੇਰੇ ਮਨਾ ਤੂੰ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਹੈ, ਤੇ ਜਿੰਨਾ ਸਮਾਂ ਤੂੰ ਉਹਨਾਂ ਕੋਲ ਜਾਣ ਲਈ ਬਤੀਤ ਕਰਨਾ, ਜੇ ਕਿਤੇ ਤੂੰ ਆਪਣੇ ਅੰਦਰ ਹੀ ਝਾਤੀ ਮਾਰੀ ਚੱਲੇ ਤਾਂ ਤੇਰਾ ਜੀਵਨ ਸਫਲ ਹੋ ਸਕਦਾ। ਸੋ ਅਸੀਂ ਪਤਾ ਨਹੀਂ ਆਪਣੀਆਂ ਇੱਛਾਵਾਂ ਦੇ ਲਈ ਕਿੱਥੇ ਕਿੱਥੇ ਜਾ ਕੇ ਮੰਗਦੇ ਹਾਂ। ਫਿਰ ਜੋ ਸਾਨੂੰ ਕਹਿ ਦੇਣ ਅਗਲੇ, ਅਸੀਂ ਉਹੀ ਕੁਝ ਕਰ ਲੈਂਦੇ ਹਾਂ, ਪਰ ਅਸੀਂ ਸਵੈਮ ਆਪਣੇ ਅੰਦਰ ਝਾਤੀ ਨਹੀਂ ਮਾਰਦੇ। ਸੋ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਉਹ ਵੀ ਪਤਾ ਨਹੀਂ ਕੀ ਕੀ ਨੇ। ਸਾਨੂੰ ਕੋਈ ਇਹ ਵੀ ਨਹੀਂ ਕਹਿੰਦਾ ਵੀ ਇਹ ਇੱਛਾ ਨਹੀਂ ਕਰੀਦੀਆਂ ਹੁੰਦੀਆਂ। ਜੇ ਇੱਛਾ ਕਰਨੀ ਹੈ ਤਾਂ ਇੱਕ ਇੱਛਾ ਕਰੋ ਕਿ ਸਾਨੂੰ ਨਾਮ ਮਿਲੇ, ਅਸੀਂ ਸ਼ਾਂਤੀ ਨਾਲ ਜਿੰਨਾ ਕੁ ਸਮਾਂ ਹੈ ਉਹ ਨਿਰਪੱਖਤਾ ਨਾਲ ਬੱਚਾ ਇੱਥੇ ਬਤੀਤ ਕਰਕੇ ਜਾਈਏ। ਸੋ ਦਾਤਾ ਹੈ, ਸਾਰਿਆਂ ਦੇ ਹਿਰਦੇ ਦੇ ਅੰਦਰ ਵਰਤ ਰਿਹਾ। ਸੋ ਪਾਤਸ਼ਾਹ ਕਹਿੰਦੇ ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ। ਉਹ ਦਾਤਾ ਹੈ ਤੇ ਉਹ ਦਾਤਾ ਦਿੰਦਾ ਤੇ ਲੈਣ ਵਾਲੇ ਲੈਂਦੇ ਆ। ਦਿੰਦਾ ਦੇ ਲੈਂਦੇ ਥੱਕ ਪਾਏ ਜੋ ਸੰਸਾਰੀ ਹੈ। ਉਹ ਮਾਇਆ ਮੰਗੀ ਜਾਂਦੇ ਆ, ਪਰ ਉਹਨਾਂ ਨੂੰ ਇੰਨੀ ਸੋਚੀ ਨਹੀਂ ਵੀ ਜਿਹੜੀ ਚੀਜ਼ ਤੁਹਾਡੇ ਸਾਹਮਣੇ ਪਈ ਹੋਵੇ ਉਹ ਮੰਗੀ ਦੀ ਨਹੀਂ ਹੁੰਦੀ। ਮੰਗੀ ਦੀ ਉਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਤੁਹਾਡੇ ਸਾਹਮਣੇ ਨਹੀਂ ਹੈ। ਮਾਇਆ ਤਾਂ ਸਾਡੇ ਸਾਹਮਣੇ ਹੈ। ਆਗਿਆਕਾਰੀ ਕਿੰਨੀ ਮਾਇਆ, ਮਾਇਆ ਤਾਂ ਤੇਰੇ ਅਧੀਨ ਹੈ ਪਾਤਸ਼ਾਹ ਕਹਿੰਦੇ। ਪਰ ਮੰਗਣਾ ਉਹ ਹੈ ਨਾਮ ਮੰਗਣਾ, ਨਾਮ ਤੇਰੇ ਕੋਲ ਨਹੀਂ ਹੈ। ਔਰ ਜੇ ਜਿੱਦਣ ਤੈਨੂੰ ਨਾਮ ਮਿਲ ਵੀ ਗਿਆ, ਨਾਮ ਇਹ ਨਹੀਂ ਵੀ ਇੱਕ ਵਾਰ ਹੀ ਮਿਲਦਾ, ਨਾਮ ਤਾਂ ਨਾਲ ਦੀ ਨਾਲ ਮਿਲਦਾ, ਕਿਉਂਕਿ ਉਹ ਤਾਂ ਚੇਤਨ ਚੀਜ਼ ਹੈ। ਚੇਤਨ ਚੀਜ਼ ਤਾਂ ਨਾਲ ਦੀ ਨਾਲ ਆਉਂਦੀ ਹੁੰਦੀ ਹੈ। ਜੜ ਚੀਜ਼ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ, ਨਾਮ ਸਟੋਰ ਨਹੀਂ ਕੀਤਾ ਜਾਂਦਾ। ਨਾਮ ਨੂੰ ਕੋਈ ਕੈਪਚਰਿੰਗ ਕਰਕੇ ਨਹੀਂ ਰੱਖ ਸਕਦਾ, ਮਾਇਆ ਕੈਪਚਰਿੰਗ ਹੁੰਦੀ ਹੈ। ਨਾਮ ਨਾਲ ਦੀ ਨਾਲ ਆਉਂਦਾ। ਸਾਹਿਬ ਮੇਰਾ ਨੀਤ ਨਵਾਂ, ਨਿਤ ਨਵੀਂ ਸੋਝੀ ਆਉਂਦੀ ਹੈ ਨਾਮ ਦੀ। ਉਹ ਨਾਮ ਹੈ। ਸੋ ਉਸ ਦੀ ਮਰਜ਼ੀ ਤੋਂ ਬਿਨਾਂ ਕੋਈ ਕਿਸੇ ਨੂੰ ਦਾਤ ਨਹੀਂ ਦੇ ਸਕਦਾ। ਜਿਹੜੀ ਮਾਇਆ ਵੀ ਦਿੱਤੀ ਹੈ ਉਹਨੇ, ਇਹ ਵੀ ਉਹਦੀ ਮਰਜ਼ੀ ਨਾਲ ਹੀ ਦਿੱਤੀ ਹੋਈ ਹੈ। ਕੋਈ ਧੱਕੇ ਨਾਲ ਮਾਇਆ ਵੀ ਨਹੀਂ ਲੈ ਸਕਦਾ।
ਜਿੰਨੀ ਕੁ ਮਾਇਆ ਅਸੀਂ ਲੈਣੀ ਹੈ, ਸਾਨੂੰ ਲੋੜ ਹੈ, ਉਨੀ ਕੁ ਦੇ ਰਿਹਾ। ਕਈ ਵਾਰ ਸਾਨੂੰ ਇੰਜ ਲੱਗਦਾ ਵੀ ਫਲਾਨਾ ਬੰਦਾ ਬਹੁਤ ਅਮੀਰ ਹੈ, ਫਲਾਨਾ ਬੰਦਾ ਬਹੁਤ ਗਰੀਬ ਹੈ, ਵੀ ਰੱਬ ਨੇ ਬੈਲੈਂਸ ਨਹੀਂ ਬਣਾਇਆ, ਵੀ ਸਭ ਨੂੰ ਥੋੜ੍ਹਾ ਥੋੜ੍ਹਾ ਦੇ ਦਿੰਦਾ। ਪਰ ਸਾਨੂੰ ਇੰਨੀ ਸੋਝੀ ਤਾਂ ਹੈ ਨਹੀਂ ਕਿ ਜਿਹੜੀ ਰੱਬ ਨੇ ਉਹਨੂੰ ਜ਼ਿਆਦਾ ਮਾਇਆ ਦਿੱਤੀ ਹੈ, ਉਹਦੇ ਨਾਲ ਪਤਾ ਨਹੀਂ ਕਿੰਨੇ ਕੁ ਬੰਦੇ ਜੁੜੇ ਹੋਏ ਆ, ਕਿੰਨੀਆਂ ਕੁ ਜੀਵ ਨੇ ਜਿਨ੍ਹਾਂ ਨੂੰ ਉਹ ਪਹੁੰਚਾ ਰਿਹਾ। ਡਿਊਟੀ ਪਰਮੇਸ਼ਰ ਦੀ ਹੈ, ਕਰਵਾ ਇਹਨਾਂ ਤੋਂ ਰਿਹਾ। ਉਹ ਵੀ ਸਾਡੀ ਪਰਖ ਕਰਦਾ ਵੀ ਕਿਤੇ ਤੁਸੀਂ ਦਾਤੇ ਤਾਂ ਨਹੀਂ ਬਣ ਜਾਂਦੇ। ਜਿੱਦਣ ਸਾਡੇ ਅੰਦਰ ਮੜ ਜੀ ਆਉਂਦੀ ਹੈ ਵੀ ਗੱਲ ਮੈਂ ਦਾਤਾ ਬਣ ਗਿਆ, ਤੇ ਹੀ ਉਹ ਜਾਂਦਾ ਹੈ। ਇਹ ਨਹੀਂ ਕਿ ਰੋਕ ਲੈਂਦਾ, ਉਹ ਕਹਿੰਦਾ ਵੀ ਠੀਕ। ਉਹ ਸਾਨੂੰ ਸਾਡੇ ਹੰਕਾਰ ਨਾਲ ਇੰਨਾ ਭਰ ਦਿੰਦਾ ਕਿ ਜਦੋਂ ਆ ਸਰੀਰ ਛੁੱਟਦਾ ਫਿਰ ਅੱਗੇ ਜਾ ਕੇ ਪਤਾ ਲੱਗਦਾ ਕਿ ਹਾਲਤ ਕੀ ਬਣਦੀ ਹੈ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਉਹਨਾਂ ਵੱਲੋਂ ਪਿੱਠ ਹੁੰਦੀ ਹੈ ਫਿਰ ਹੁਕਮ ਦੀ, ਕਿ ਤੇਰੀ ਤਾਂ ਹੰਕਾਰੀ ਬਿਰਤੀ ਸੀ। ਸੋ ਜਿਹੜੇ ਗੁਰਮੁਖ ਨੇ ਉਹ ਵੀ ਦਿੰਦੇ ਕੁਛ, ਉਹ ਦਿੰਦੇ ਆ ਆਤਮਿਕ ਸੁਗਿਆਨ, ਆਤਮਿਕ ਸੋਝੀ ਕਿ ਤੁਸੀਂ ਕੀ ਕਰਨ ਆਏ ਹੋ। ਉਹ ਦਤਾਰ ਤੋਂ ਜਿੰਨੀ ਵੀ ਸੋਝੀ ਉਹਨਾਂ ਨੂੰ ਆਉਂਦੀ ਹੁੰਦੀ ਹੈ, ਉਹ ਵੀ ਆਖਦੇ ਨੇ ਮੰਗ ਕੇ, ਉਹ ਵੀ ਕੁਛ ਲੈਂਦੇ ਆ ਗਾਂ ਤੋਂ, ਜਿੰਨੀ ਕੁ ਆ ਰਹੀ ਹੈ ਸੋਝੀ ਉਨੀ ਗਾਂ ਵੀ ਸਪਲਾਈ ਕਰਦੇ ਆ। ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਇਹ ਨਿਸ਼ਾਨੀ ਹੈ ਸੱਚ ਦੀ, ਕਿ ਜਿਹਦੇ ਹਿਰਦੇ ਜਦੋਂ ਤੋਂ ਸੱਚ ਆ ਜਾਂਦਾ, ਜਿੰਨਾ ਉਹ ਵੰਡਦਾ ਉਨਾ ਹੀ ਸੱਚ ਵੱਧਦਾ ਚਲੇ ਜਾਂਦਾ ਹੈ। ਇੱਕੋ ਇੱਕ ਦੁਨੀਆ ਤੇ ਐਸੀ ਚੀਜ਼ ਹੈ ਜਿਹੜੀ ਦਿੱਤਿਆਂ ਤੇ ਵੱਧਦੀ ਹੈ, ਉਹ ਸੱਚ ਹੈ। ਮਾਇਆ ਕਦੇ ਵੀ ਦਿੱਤੇ ਤੇ ਵੱਧਦੀ ਨਹੀਂ, ਮਾਇਆ ਘਟਦੀ ਹੈ। ਤੁਸੀਂ ਜਿੰਨੀ ਮਰਜ਼ੀ ਮਾਇਆ ਸੰਸਾਰੀ ਤੌਰ ਤੇ ਜਿਹਨੂੰ ਤੁਸੀਂ ਦਾਨ ਮੰਨਦੇ ਹੋ ਕਰੀ ਚੱਲੋ, ਪਰ ਤੁਹਾਡੇ ਕੋਲ ਘਟੂਗੀ। ਇਹ ਨਹੀਂ ਕਿ ਉਹ ਵੱਧ ਜੂਗੀ, ਪਰ ਸਾਡੇ ਪ੍ਰਚਾਰ ਉਲਟ ਕੀਤਾ ਜਾਂਦਾ ਹੈ ਕਿ ਜੇ ਤੁਸੀਂ ਇੰਨਾ ਦਾਨ ਕਰੋਗੇ ਤੁਹਾਨੂੰ 10 ਗੁਣਾ ਮਿਲੂਗਾ, ਕੋਈ ਕਹਿੰਦਾ 70 ਗੁਣਾ ਮਿਲੂਗਾ, ਕੋਈ ਕਹਿੰਦਾ 100 ਗੁਣਾ ਮਿਲੂਗਾ। ਮਿਲੂਗਾ ਕੀ? ਅਸੀਂ ਕਦੇ ਵਿਚਾਰਿਆ ਨਹੀਂ। ਦਾਨ ਤਾਂ ਅਸੀਂ ਕੀਤੀ ਹੈ ਜ਼ਹਿਰ ਦਾਨ ਕਰਕੇ, ਫਿਰ ਗਾਂ ਜ਼ਹਿਰ ਹੀ ਵਧਣੀ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਪਾਤਸ਼ਾਹ ਕਹਿੰਦੇ ਇਸ ਤਾਂ ਹੈਰਾਨ ਹੈ, ਇਹ ਜ਼ਹਿਰ ਦੇ ਕੇ ਕਹੀ ਜਾਂਦੇ ਆ ਵੀ ਅਸੀਂ ਦਾਨ ਕੀਤੀ ਵੀ ਸਾਨੂੰ 100 ਗੁਣਾ ਗਾਂ ਮਿਲੂਗੀ। ਗਾਂ ਕਿੱਥੇ ਮਿਲੂ? ਅਗਲੇ ਸਰੀਰ 'ਚ ਮਿਲਣੀ ਹੈ। ਸੱਪ ਬਣ ਜਾਓਗੇ, ਕੀੜੇ ਮਕੌੜੇ ਬਣ ਜਾਓਗੇ, ਕਾਂ ਕੁੱਤੇ ਬਿੱਲੇ ਬਣ ਜਾਓਗੇ, ਕੀ ਕਰੋਗੇ? ਕਹਿੰਦੇ ਵਰਲਡ ਦੇ ਅਮੀਰਾਂ ਦੇ ਵਿੱਚ ਇੱਕ ਕੁੱਤੇ ਦਾ ਨਾਮ ਵੀ ਆਉਂਦਾ, ਕੀ ਕਰੂਗਾ ਕੁੱਤਾ? ਸੋ ਸਾਰਾ ਕੁਝ ਪਰਮੇਸ਼ਰ ਨੇ ਇਸ ਤੇ ਕਰਕੇ ਵੀ ਦਿਖਾਇਆ, ਵੀ ਉਹ ਵੀ ਸਾਨੂੰ ਸਮਝਾਉਣ ਵਾਸਤੇ ਕਿ ਤੂੰ ਸਮਝ ਜਵੇਂ। ਪਰ ਅਸੀਂ ਨਹੀਂ ਸਮਝਦੇ। ਅਸੀਂ ਜੋ ਕੁਝ ਵੀ ਇੱਛਾ ਕਰਦੇ ਹਾਂ ਉਹ ਸਾਡੇ ਹਿਰਦੇ 'ਚ ਬੈਠਾ, ਉਹ ਸਾਨੂੰ ਜਾਣਦਾ ਹੀ ਹੈ, ਪਰ ਬੁੱਝ ਲੈਂਦਾ ਅੰਦਰ ਬੈਠਾ ਹੀ। ਪਰ ਦਾਤ ਕਰਨ ਵਾਲਾ ਉਹ ਇੱਕੋ ਹੀ ਹੈ, ਉਹ ਪਰਮੇਸ਼ਰ ਹੈ। ਜੋ ਉਸ ਦੀ ਮਰਜ਼ੀ ਹੈ ਉਹੀ ਦਾਤ ਹੁੰਦੀ ਹੈ। ਕਈ ਵਾਰੀ ਕੀ ਹੋ ਜਾਂਦਾ ਹੈ, ਸਾਡੀ ਇੱਛਾ ਤੇ ਉਹਦੀ ਇੱਛਾ ਇੱਕ ਹੋ ਜਾਂਦੀ ਹੈ। ਮਾਇਆ ਦੀ ਉਹੀ ਹੋ ਜਾਂਦਾ ਜਿਵੇਂ ਅਸੀਂ ਚਾਹੁੰਦੇ ਹੁੰਦੇ ਵੀ ਚੱਲ ਆਏ ਹੋ ਜਾਵੇ, ਉਹ ਹੋ ਜਾਂਦਾ। ਬਸ ਇੱਥੋਂ ਹੀ ਸਾਨੂੰ ਭੁਲੇਖਾ ਪੈ ਜਾਂਦਾ ਵੀ ਜਦ ਅੱਜ ਇਹ ਇੱਛਾ ਇੱਕਣ ਪੂਰੀ ਹੋਊਗੀ, ਕੱਲ੍ਹ ਨੂੰ ਵੀ ਫਿਰ ਐਂ ਕਰੀਏ ਤਾਂ ਫਿਰ ਵੀ ਹੋਊਗੀ। ਪਰ ਜਦੋਂ ਕੱਲ੍ਹ ਨੂੰ ਨਹੀਂ ਪੂਰੀ ਹੁੰਦੀ, ਫਿਰ ਅਸੀਂ ਖੋਟੀ ਮੱਤ ਧਾਰਨ ਕਰ ਲੈਂਦੇ ਹਾਂ। ਔਰ ਖੋਟੀ ਮੱਤ ਧਾਰਨ ਕਰਨਾ ਸਾਡਾ ਸੁਭਾਅ ਹੈ। ਸੋ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦਾਤ ਕਰੇ ਦਾਤਾਰ। ਕਿ ਉਹ ਦਾਤਾ ਹੈ, ਉਹ ਸਾਰਿਆਂ ਨੂੰ ਦੇ ਰਿਹਾ ਹੈ। ਚਾਹੇ ਕੋਈ ਵੀ ਜੀਵ ਕਿਸੇ ਵੀ ਜੂਨੀ ਦੇ ਅੰਦਰ ਹੈ, ਹਰ ਇੱਕ ਜੀਵ ਨੂੰ ਉਹ ਕੁਛ ਨਾ ਕੁਛ ਦੇ ਹੀ ਜਾ ਰਿਹਾ। ਪੱਥਰਾਂ ਦੇ ਵਿੱਚ ਕੀੜੇ ਨੇ, ਲੱਕੜਾਂ ਦੇ ਵਿੱਚ ਕੀੜੇ ਨੇ, ਜਾਨਵਰ ਹੁੰਦੇ ਨੇ, ਉਹਨਾਂ ਦੇ ਸੱਟ ਵੱਜ ਜਾਂਦੀ ਹੈ, ਉਹਦੇ ਅੰਦਰ ਕੀੜੇ ਪੈ ਜਾਂਦੇ ਨੇ, ਉਹਨਾਂ ਨੂੰ ਵੀ ਦੇ ਰਿਹਾ। ਇਹ ਉਹਦੀ ਖੇਡ ਹੈ। ਉਹ ਸਰੀਰਕ ਜਿਹੜੀਆਂ ਬੁਨਿਆਦੀ ਲੋੜਾਂ ਨੇ ਉਹ ਸਭ ਦੀਆਂ ਪੂਰੀਆਂ ਕਰਦਾ ਹੈ, ਹਰ ਇੱਕ ਨੂੰ ਦੇ ਰਿਹਾ। ਖਾਣੀ ਬਾਣੀ ਤੇਰੀਆ ਦੇਹ ਜੀ ਆਧਾਰੋ, ਹਰ ਇੱਕ ਨੂੰ ਉਧਾਰ ਦੇ ਰਿਹਾ। ਉਹ ਹੈ ਸਭ ਦਾ ਮਾਲਕ, ਉਹ ਦਾਤਾ ਹੈ। ਆਖੈ ਭਗਤ ਦੇਖ ਕੇ ਆਖਦੇ ਹਨ,
ਸੁਣੀ ਸੁਣਾਈ ਗੱਲ ਨਹੀਂ ਕਰਦੇ, ਉਹ ਦੇਖਦੇ ਆ। ਮੰਗੈ ਦੇਹ ਦੇਹ, ਬੋਲਣ ਵਾਲੇ ਬੋਲ ਬੋਲ ਕੇ ਮੰਗਦੇ ਨੇ, ਪਰ ਜਿਹੜੇ ਜੀਵ ਨੇ ਉਹ ਤਾਂ ਬੋਲਦੇ ਵੀ ਨਹੀਂ, ਉਹਨਾਂ ਦੀ ਬੋਲੀ ਨੂੰ ਵੀ ਜਾਣ ਲੈਂਦਾ ਹੈ। ਸੋ ਜੀਵ ਜੰਤ ਆਦਿ ਵੀ ਦੇਹ ਦੇਹ ਪੁਕਾਰ ਕਰ ਰਹੇ ਹਨ ਆਪਣੀ ਬੋਲੀ ਮੁਤਾਬਕ ਜਾਂ ਭਾਵਨਾ ਨਾਲ, ਤਾਂ ਉਹ ਦਾਤ ਕਰਦਾ ਹੈ। ਹੁਣ ਇੱਥੇ ਸਾਰਿਆਂ ਨੂੰ ਇੱਕ ਸੋਝੀ ਦਿੱਤੀ ਜਾਂਦੀ ਹੈ ਵੀ ਕਿਸੇ ਦੇ ਕੋਲੋਂ ਮੰਗਣ ਨਾਲ ਕੁਛ ਨਹੀਂ ਮਿਲਣਾ। ਜੋ ਦੇਣਾ ਉਹਨੇ ਦੇ ਹੀ ਦੇਣਾ, ਜੋ ਨਹੀਂ ਦੇਣਾ ਉਹਨੇ ਨਹੀਂ ਦੇਣਾ। ਸੋ ਭਾਵ ਪਾਤਸ਼ਾਹ ਦਾ ਇਸ ਬਚਨ ਦੇ ਅੰਦਰ ਇਹ ਹੈ ਕਿ ਤੁਸੀਂ ਉਸ ਚੀਜ਼ ਨੂੰ ਮੰਗੋ ਜਿਹੜੀ ਚੀਜ਼ ਤੁਹਾਨੂੰ ਇਸ ਭਵ ਸਾਗਰ ਚੋਂ ਸੁਖ ਸਾਗਰ ਤੱਕ ਪਹੁੰਚਾਵੇ। ਜਿਹੜੀ ਚੀਜ਼ ਤੁਹਾਨੂੰ ਇੱਥੇ ਹੀ ਰੱਖੂਗੀ ਉਹ ਚੀਜ਼ ਨਾ ਮੰਗੋ। ਸੋ ਮੰਗਣਾ ਮੰਗਨ ਨੀਕਾ, ਹਰ ਹਰ ਨਾਮ ਮੰਗਣਾ। ਮੰਗਣਾ ਮੰਗਨ ਨੀਕਾ, ਹਰ ਜਸ ਗੁਰ ਤੇ ਮੰਗਣਾ, ਕਿ ਨਾਮ ਨੂੰ ਮੰਗੋ। ਨਾਮ ਉਸ ਪਰਮੇਸ਼ਰ ਦੇ ਵੱਲੋਂ ਦਿੱਤਾ ਹੋਇਆ ਹੁਕਮ ਹੈ, ਉਹੀ ਦਾਨ ਹੈ, ਦਾਤਾ ਪਰਮੇਸ਼ਰ ਹੈ। ਤੇ ਉਸ ਨਾਮ ਨੂੰ ਪ੍ਰਾਪਤ ਕਰਕੇ ਅਸੀਂ ਇਸ ਭਵ ਸਾਗਰ ਵਿੱਚੋਂ ਪਾਰ ਜਾ ਸਕਦੇ ਹਾਂ। ਜੇਕਰ ਨਾਮ ਪ੍ਰਾਪਤ ਨਹੀਂ ਹੁੰਦਾ ਤਾਂ ਫਿਰ ਇਸ ਭਵ ਸਾਗਰ ਦੇ ਅੰਦਰ ਹੀ ਅਸੀਂ ਦੁਬਾਰਾ ਗੋਤੇ ਖਾਵਾਂਗੇ ਤੇ ਸਾਨੂੰ ਕੋਈ ਇੱਥੋਂ ਬਾਹਰ ਨਹੀਂ ਲਿਜਾ ਸਕਦਾ।